ਸਲਾਮੁਅਲੈकुम ਵੀਰੋ। ਅੱਛਾ ਜੀ, ਬਸ ਸਵੇਰੇ ਸਵੇਰੇ ਨੂਰ ਪੀਰ ਦਾ ਟਾਈਮ ਹੈ ਤੇ ਮੈਂ ਇੱਕ ਗੱਲ ਸਾਂਝੀ ਕਰਦਾ ਜਾਂ ਕਿ ਅੱਜ ਕੱਲ੍ਹ ਜਦੋਂ ਵੀ ਕੋਈ ਬਿਮਾਰ ਹੁੰਦਾ ਔਰ ਸਰਜਰੀ ਉਹਨੂੰ ਰਿਕਮੈਂਡ ਹੁੰਦੀ ਤੇ ਉਹਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਸਭ ਤੋਂ ਪਹਿਲੇ ਕਿ ਤੂੰ ਹੋਮਿਓਪੈਥਿਕ ਇਲਾਜ ਕਰਾ ਲੈ, ਜਾਂ ਫਿਰ ਉਹਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਤੂੰ ਹਕੀਮ ਦਾ ਇਲਾਜ ਕਰਾ ਲੈ, ਜਾਂ ਫਿਰ ਮੌਲਵੀ ਉਹਨੂੰ ਮਸ਼ਵਰਾ ਦੇ ਦਿੰਦੇ ਨੇ ਤੂੰ ਕੋਈ ਕਹਿ ਦਿੰਦਾ ਤੂੰ ਖਾ ਕੇ ਸ਼ਫਾ ਆਪਣੇ ਕੋਲ ਰੱਖ ਲੈ, ਕੋਈ ਕਹਿ ਦਿੰਦਾ ਤੂੰ ਕਲੌਂਜੀ 'ਚ ਸਭ ਚੀਜ਼ਾਂ ਦਾ ਇਲਾਜ ਹੈ, ਕੋਈ ਕਹਿ ਦਿੰਦਾ ਜੀ ਇਹ ਜਿਹੜਾ ਆਬੇ ਜ਼ਮਜ਼ਮ ਹੈ ਇਹਦੇ 'ਚ ਸਭ ਚੀਜ਼ਾਂ ਦਾ ਇਲਾਜ ਹੈ, ਕੋਈ ਸ਼ਹਿਦ ਦੱਸ ਦਿੰਦਾ ਹੈ ਕਿ ਕੋਈ ਜ਼ੈਤੂਨ ਦੱਸ ਦਿੰਦਾ ਹੈ। ਹੁਣ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਇਲਾਜ ਹੋਏ ਅਤੇ ਆਹ ਜਿਹੜੀ ਤਿੱਬ ਮੈਡੀਕਲ ਸਾਇੰਸ ਇੱਥੋਂ ਤੱਕ ਰਪੜੀ ਹੋਈ ਹੈ, ਫਿਰ ਇਹ ਤਾਂ ਕਾਮਯਾਬ ਨਾ ਹੁੰਦੀ, ਇਹਨਾਂ ਚੀਜ਼ਾਂ ਨਾਲ ਹੀ ਇਲਾਜ ਹੁੰਦਾ। ਔਰ ਮੌਲਵੀ ਜ਼ਰਾਤ ਆਪਣਾ ਇਲਾਜ ਵੀ ਫਿਰ ਇਹਨਾਂ ਚੀਜ਼ਾਂ ਨਾਲ ਹੀ ਕਰਦੇ। ਹੁਣ ਇਹ ਕਿ ਮੌਲਵੀ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਅਤੇ ਉਹ ਕੀ ਗੱਲ ਹੈ, ਉਹ ਸਰਜਨ ਕੋਲ ਨਹੀਂ ਜਾਂਦਾ, ਹਾਰਟ ਸਪੈਸ਼ਲਿਸਟ ਕੋਲ ਨਹੀਂ ਜਾਂਦਾ, ਜਾਂ ਬਾਈਪਾਸ ਨਹੀਂ ਕਰਾਉਂਦਾ, ਜਾਂ ਐਂਜੀਓਗ੍ਰਾਫੀ ਨਹੀਂ ਕਰਾਉਂਦਾ। ਮੈਂ ਤੁਹਾਨੂੰ ਦੱਸਾਂ ਇੱਕ ਕਿੱਸਾ। ਮੇਰਾ ਇੱਕ ਕਜ਼ਨ ਸੀ, ਮੇਰੀ ਸਗੀ ਖਾਲਾ ਦਾ ਬੇਟਾ, ਬਹੁਤ ਸੋਹਣਾ ਜਵਾਨ ਸੀ ਅਤੇ ਉਹਨੂੰ ਇਸ ਤਰ੍ਹਾਂ ਪਿੱਤੇ ਦੀ ਪੱਥਰੀ ਹੋਈ। ਪਿੱਤੇ ਦੀ ਪੱਥਰੀ ਤੋਂ ਬਾਅਦ ਉਹ ਉਦੋਂ ਡਿਸਟਿੰਕਸ਼ਨ ਹੋਲਡਰ ਸੀ NCA ਤੋਂ ਆਰਕੀਟੈਕਚਰ 'ਚ, ਅਤੇ ਨਈਰ ਅਲੀ ਦਾਦਾ ਨਾਲ ਨਵੀਂ ਉਹਨੇ ਜੋਬ ਸਟਾਰਟ ਕੀਤੀ ਅਤੇ ਨਈਰ ਅਲੀ ਦਾਦਾ ਨੇ ਉਹਨੂੰ ਮਸ਼ਵਰਾ ਦੇ ਦਿੱਤਾ ਕਿ ਯਾਰ ਆਪਰੇਟ ਨਾ ਕਰਾ, ਤੂੰ ਹੋਮਿਓਪੈਥਿਕ ਦਾ ਇਲਾਜ ਕਰਾ ਲੈ। ਅਤੇ ਉਹ ਹੋਮਿਓਪੈਥਿਕ ਪਿੱਛੇ ਲੱਗ ਗਿਆ ਅਤੇ ਤਕਰੀਬਨ ਪੂਰਾ ਕੋਈ ਮੇਰੇ ਖਿਆਲ 'ਚ 15 ਦਿਨ ਕਿ ਮਹੀਨਾ ਉਹ ਦਵਾਈ ਖਾਂਦਾ ਰਿਹਾ ਜੀ, ਅਤੇ ਅਸਰ ਉਹਦੇ 'ਤੇ ਕੋਈ ਨਾ ਹੋਇਆ ਉਹਦਾ। ਅਤੇ ਨਤੀਜਾ ਇਹ ਨਿਕਲਿਆ ਕਿ ਉਹ ਤਕਲੀਫ ਵੱਧ ਗਈ ਔਰ 1999 ਦਾ ਦੌਰ ਸੀ। ਉਹ ਮੁਸ਼ਰਫ ਦਾ ਕੂਹ ਉਸ ਦਿਨ ਹੋਇਆ ਸੀ। ਉਹ ਜਿਸ ਦਿਨ ਤਕਲੀਫ ਹੋਈ ਉਸੇ ਦਿਨ ਹੀ ਕੂਹ ਹੋਇਆ ਸੀ ਅਤੇ ਉਹ ਲੈ ਕੇ ਫਿਰਦੇ ਰਹੇ ਕੋਈ 6 ਘੰਟੇ ਤੇ ਲਾਹੌਰ ਦੀਆਂ ਸੜਕਾਂ 'ਤੇ ਲੈ ਕੇ ਫਿਰਦੇ ਰਹੇ। ਇਤਫਾਕ ਹੌਸਪੀਟਲ 'ਤੇ ਫੌਜ ਨੇ ਘੇਰਾ ਪਾਇਆ ਸੀ ਅਤੇ ਉਹਦਾ ਡਿਲੇ ਹੋਇਆ। ਉਹ ਡਿਲੇ ਹੋਣ ਨਾਲ ਉਹ ਕੇਸ ਖਰਾਬ ਹੋ ਗਿਆ। ਉਹਦੇ ਪਿੱਤੇ 'ਚ ਉਹ ਪੱਥਰੀ ਜਿਹੜੀ ਪਿੱਤਾ ਬਰਸਟ ਕਰ ਗਿਆ ਔਰ ਉਹ ਜਿਹੜਾ ਪੋਇਜ਼ਨ ਸੀ ਸਾਰਾ ਉਹ ਪੈਂਕਰੀਆਸ ਦੇ ਉੱਤੇ ਚਲਾ ਗਿਆ ਔਰ ਉਹਦੀ ਵਜ੍ਹਾ ਤੋਂ ਉਹਦਾ ਫਿਰ ਜਦੋਂ ਆਪਰੇਸ਼ਨ ਹੋਇਆ ਅਤੇ ਉਹ ਆਪਰੇਸ਼ਨ ਵੀ ਜ਼ਾਹਿਰ ਹੈ ਸਕਸੈਸਫੁਲ ਨਾ ਹੋ ਸਕਿਆ। ਉੱਥੇ ਵੀ ਕੁਛ ਕੁਤਾਹੀ ਹੋਈ। ਇਹ ਨੈਗੇਟਿਵ ਉਹਦਾ ਬਲੱਡ ਗਰੁੱਪ ਸੀ। 72 ਬੋਤਲਾਂ ਉਹਨੂੰ ਬਲੱਡ ਦੀਆਂ ਲੱਗੀਆਂ। ਫਾਈਨਲੀ ਜਿਸਮ ਨੇ ਖੂਨ ਕਬੂਲ ਕਰਨਾ ਬੰਦ ਕਰ ਦਿੱਤਾ ਔਰ 1 ਮਹੀਨੇ ਬਾਅਦ ਉਹਦੀ ਡੈਥ ਹੋ ਗਈ। ਅਤੇ ਇਹ ਗੱਲ ਇਹ ਵੇ ਕਿ ਹੋਮਿਓਪੈਥਿਕ ਵੀ ਜਿਹੜਾ ਇਲਾਜ ਹੈ ਇਹ ਕੋਈ ਐਸਾ ਮੁਸਤਨਦ ਇਲਾਜ ਨਹੀਂ ਹੈ ਕਿ ਜਿਹਦੇ ਵਾਸਤੇ ਤੁਸੀਂ ਕਿਸੇ ਸੰਜੀਦਾ ਜਾਂ ਐਸੀ ਬਿਮਾਰੀ 'ਚ ਜਾ ਕੇ ਟਰੀਟਮੈਂਟ ਲਵੋ ਕਿ ਜਿਹੜੀ ਤੁਹਾਨੂੰ ਜਾਨਲੇਵਾ ਸਾਬਤ ਹੋ ਸਕਦੀ ਹੈ ਕਿਸੇ ਸੂਰਤ 'ਚ, ਅਤੇ ਉਹ ਵੀ ਮਤਲਬ ਤੁਹਾਨੂੰ ਨਹੀਂ ਕਰਨਾ ਚਾਹੀਦਾ। ਹੁਣ ਅੱਗੇ ਆ ਜਾਓ। ਮੇਰੇ ਵੱਡੇ ਭਾਈ ਸਾਹਿਬ ਦਾ ਉਹਨਾਂ ਦਾ ਹਾਰਟ ਦਾ ਇਸ਼ੂ ਸੀ, ਦੱਸਿਆ ਡਾਕਟਰ ਨੇ, ਸਰਜਰੀ ਦੱਸੀ ਓਪਨ ਹਾਰਟ। ਉਹਨਾਂ ਨੂੰ ਕਿਸੇ ਕਹਿ ਤਾ ਕਿ ਜੀ ਹਕੀਮ ਦੀ ਦਵਾਈ ਲੈਂਦੇ ਰਹੋ। ਹੁਣ ਹਕੀਮ ਦੀ ਦਵਾਈ ਲੈਂਦੇ ਉਹ ਜਿਹੜਾ ਹੈ ਹਾਰਟ ਦੀ ਵਜ੍ਹਾ ਤੋਂ ਕਹਿੰਦੇ ਨੇ ਕਿ ਜੀ ਗੁਰਦਿਆਂ 'ਚ ਪਾਣੀ ਇਕੱਠਾ ਹੋ ਗਿਆ ਔਰ ਉਹ ਇੰਨਾ ਜ਼ਿਆਦਾ ਇਕੱਠਾ ਹੋਇਆ ਕਿ ਹੁਣ ਉਹ ਡਾਇਲਸਿਸ 'ਤੇ ਚਲੇ। ਅਤੇ ਇਹ ਮਤਲਬ ਹਕਮਤ ਹੋਏ ਜਾਂ ਇਹ ਲੋਕ ਹੁਣ ਹੋਮਿਓਪੈਥਿਕ ਵਾਲੇ ਇਲਾਜ ਮੁਸਤਨਦ ਐਲੋਪੈਥੀ ਹੀ ਹੈ, ਠੀਕ ਹੈ। ਔਰ ਜਿੱਥੇ ਐਲੋਪੈਥੀ 'ਚ ਸਰਜਰੀ ਰਿਕਮੈਂਡ ਹੋ ਜਾਏ ਉੱਥੇ ਬਿਲਕੁਲ ਨਾ ਦੂਸਰੀ ਚੀਜ਼ ਸੋਚੋ। ਕੋਈ ਐਸੀ ਚੀਜ਼ ਨਾ ਸੋਚੋ ਕਿ ਹੁਣ ਅਸੀਂ ਸਰਜਰੀ ਨਹੀਂ ਕਰਾਉਣੀ ਜਾਂ ਸਰਜਰੀ ਤੋਂ ਭੱਜਣਾ ਹੈ। ਬਿਲਕੁਲ ਸਰਜਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ ਔਰ ਸਰਜਰੀ ਫੌਰੀ ਤੌਰ 'ਤੇ ਕਰਵਾ ਲਓ। ਜੇ ਸਰਜਨ ਤੁਹਾਨੂੰ ਕਹਿ ਰਿਹਾ ਹੈ ਕਿ ਰਿਕਮੈਂਡ ਕਰ ਰਿਹਾ ਕਿ ਸਰਜਰੀ ਹੋਏਗੀ ਤਾਂ ਕਰਵਾ ਲਓ। ਅਤੇ ਬਾਕੀ ਇਹ ਜਿਹੜੇ ਉਲਮਾ ਇਕਰਾਮ ਨੇ ਇਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਇਹ ਜਿਹੜੇ ਤੁਸੀਂ ਮਸ਼ਵਰੇ ਦਿੰਦੇ ਹੋ ਇੰਝ ਦੇ ਮਰੀਜ਼ਾਂ ਨੂੰ ਖੁਦਾ ਦਾ ਵਾਸਤਾ ਹੈ, ਇੱਕ ਕਤਲ ਹੈ ਜਿਹੜਾ ਤੁਸੀਂ ਕਰ ਰਹੇ ਹੋ। ਤਿੱਬੇ ਨਬਵੀ ਨਾਮ ਦੀ ਕੋਈ ਕਿਤਾਬ ਦੌਰੇ ਰਸਾਲਤ 'ਚ ਮੌਜੂਦ ਸੀ, ਨਾ ਹੀ ਸਹਾਬਾ ਇਕਰਾਮ ਦੇ ਦੌਰ 'ਚ ਮੌਜੂਦ ਸੀ। ਦੇਖੋ ਹਦੀਸ ਦੀਆਂ 7 ਕਿਤਾਬਾਂ ਉਸ ਦੌਰ 'ਚ ਮੁਰਤਬ ਹੋਈਆਂ ਨੇ। ਅਗਰ ਕੋਈ ਇੰਜ ਦੀ ਮੈਡੀਕਲ ਸਾਇੰਸ ਦੇ ਉੱਤੇ ਕੋਈ ਕਿਤਾਬ ਬਣੀ ਹੁੰਦੀ ਅਤੇ ਉਹ ਵੀ ਕਿਤਾਬੀ ਸ਼ਕਲ 'ਚ ਹੀ ਮੁਰਤਬ ਹੁੰਦੀ ਨਾ। ਉਹਦੀ 1400-1500 ਸਾਲ ਬਾਅਦ
ਕੰਪਾਈਲ ਤਾਂ ਨਾ ਕਰਨੀ ਪੈਂਦੀਆਂ ਕਿ ਜੀ ਇੱਥੋਂ ਦੀ ਇੱਕ ਹਦੀਸ ਦਾ ਕੋਈ ਹਵਾਲਾ ਇੱਥੇ ਮੌਜੂਦ ਸੀ, ਇੱਕ ਉੱਥੇ ਮੌਜੂਦ ਸੀ, ਉਹਨਾਂ ਨੂੰ ਇਕੱਠਾ ਕਰਕੇ ਤੁਸੀਂ ਕਿਤਾਬ ਬਣਾ ਲਿਆ ਔਰ ਉਹਦਾ ਨਾਂ ਤਿੱਬੇ ਰਮਜ਼ੀ ਰੱਖ। ਹੁਣ ਉਹ ਅਕਸਰ ਲੋਕ ਤੁਹਾਨੂੰ ਕਹਿੰਦੇ ਸੁਣਦੇ ਵੇਖੇ ਹੋਣਗੇ ਕਿ ਜੀ ਅਜਵਾ ਖਜੂਰ ਖਾ ਲਓ, ਉਹਦੇ ਨਾਲ ਉਹਦੇ 'ਚ ਹਰ ਬਿਮਾਰੀ 'ਚ ਦੀ ਸ਼ਫਾ ਮੌਜੂਦ ਹੈ। ਕਲੌਂਜੀ ਖਾ ਲਓ, ਕਾਲੇ ਬੀਜਾਂ ਦਾ ਜ਼ਿਕਰ ਹੈ, ਕਲੌਂਜੀ ਦਾ ਪਤਾ ਨਹੀਂ ਕਿਤੇ ਜ਼ਿਕਰ ਹੈ। ਇੰਝ ਹਰ ਚੀਜ਼ ਦਾ ਦੇਖੋ। ਉਹ ਉਦੋਂ ਜਿਹੜੇ ਦਸਤਿਆਬ ਵਸਾਇਲ ਸਨ ਨਾ, ਇਹ ਦੀਨੇ ਹਿਕਮਤ ਤੋਂ ਮੁਰਾਦ ਜਿਹੜਾ ਹੈ ਨਾ, ਇਹ ਦੀਨੇ ਹਿਕਮਤ ਤੋਂ ਮੁਰਾਦ ਹੈ ਫਲਸਫਾ ਹਯਾਤ। ਦੀਨੇ ਹਿਕਮਤ ਤੋਂ ਮੁਰਾਦ ਕੋਈ ਮੈਡੀਕਲ ਸਾਇੰਸ ਨਹੀਂ ਹੈ। ਅੱਜ ਤੋਂ 1400-1500 ਸਾਲ ਪਹਿਲੇ ਜਿਹੜੇ ਦਸਤਿਆਬ ਵਸਾਇਲ ਸਨ, ਹੱਲ ਮੌਜੂਦ ਸਨ, ਮਾਈਨਸ ਟੈਕਨੋਲੋਜੀ ਅੱਜ ਦੀ ਜਿਹੜੀ ਮੌਜੂਦ ਹੈ, ਉਹਦੇ ਮੁਤਾਬਕ ਉਦੋਂ ਹੱਲ ਦੱਸੇ ਜਾਂਦੇ ਸਨ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੀ ਲੋਕਾਂ ਨੂੰ ਉਸ ਹਵਾਲੇ ਨਾਲ ਚੀਜ਼ਾਂ ਦੱਸਦੇ ਸਨ। ਲੇਕਿਨ ਇਹ ਕਹਿਣਾ, ਦੇਖੋ ਕਿਹੜਾ ਮੌਲਵੀ ਤੁਸੀਂ ਦੇਖਿਆ ਤਾਰਿਕ ਜਮੀਲ ਸਾਹਿਬ ਨੂੰ ਜੇ ਹਾਰਟ ਅਟੈਕ ਹੋਏਗਾ ਤਾਂ ਮੈਂ ਦੇਖਾਂਗਾ ਕਿਵੇਂ ਨਹੀਂ ਹੋ ਜਾਂਦੇ ਕਾਰਡੀਓਲੋਜਿਸਟ ਕੋਲ, ਕਿਵੇਂ ਅਜਵੇ ਖਜੂਰ ਨਾਲ ਹੀ ਸਿਰਫ ਆਪਣਾ ਇਲਾਜ ਕਰਦੇ ਨੇ ਜਾਂ ਨਿਰੀ ਕੁਲੰਜੀ ਖਾ ਕੇ ਇਲਾਜ ਕਰਦੇ ਨੇ, ਕਿਸੇ ਜਰਾਹ ਕੋਲ ਨਹੀਂ ਜਾਂਦੇ। ਹੁਣ ਗੱਲ ਇਹ ਵੇ ਕਿ ਮੁਸਲਮਾਨਾਂ ਤਾਂ ਇੱਕ ਐਕਸਰੇ ਮਸ਼ੀਨ ਵੀ ਆਪਣੀ ਆਪ ਨਹੀਂ ਇਜਾਦ ਕੀਤੀ ਹੋਈ ਹੈ। ਮੁਸਲਮਾਨ ਤਾਂ ਇੱਕ ਬਲੱਡ ਟੈਸਟ ਆਪਣਾ ਕਰਨ ਜੋਗੇ ਨਹੀਂ ਹੈਗੇ। ਇੱਕ ਸਿੰਪਲ ਬਲੱਡ ਟੈਸਟ ਜਿਹੜਾ ਹੈ ਉਹ ਵੀ ਅਸੀਂ ਅੰਗਰੇਜ਼ਾਂ ਦੇ ਦੱਸੇ ਹੋਏ ਤਰੀਕੇ ਨਾਲ ਕਰਦੇ ਹਾਂ। ਜਿਹੜੀ ਤਹਿਕੀਕ ਹੈ ਉਹ ਜ਼ਿਆਦਾਤਰ ਨਾਨ ਮੁਸਲਿਮਸ ਦੀ ਸਾਡੇ ਅੱਗੇ ਆਈ ਹੈ, ਸਟੱਡੀ ਕੀਤੀ। ਮੁਸਲਸਲ ਇੱਕ ਇਰਤਕਾਈ ਅਮਲ ਹੈ, ਇਰਤਕਾ ਹੈ ਇਨਸਾਨ ਦੀ, ਅੱਗੇ ਵੱਧ ਰਿਹਾ ਇਨਸਾਨ। ਅਤੇ ਤੁਸੀਂ ਇੰਨਾ ਮਤਲਬ ਪਿੱਛੇ ਲੋਕਾਂ ਨੂੰ ਸਿੱਟ ਦਿੰਦੇ ਹੋ ਔਰ ਆਪ ਮੌਲਵੀ ਹਜ਼ਰਾਤ ਉਹ ਇਲਾਜ ਨਹੀਂ ਕਰਦੇ। ਕੋਈ ਸ਼ੀਆ ਆਲਮ, ਕੋਈ ਦਿਓਬੰਦ ਆਲਮ, ਕੋਈ ਹੋਰ ਅਹਿਲੇ ਹਦੀਸ ਆਲਮ, ਇਹਨਾਂ 'ਚ ਕੋਈ ਵੀ ਐਸਾ ਨਹੀਂ ਹੈ ਜਿਹੜਾ ਇਹ ਜਾ ਕੇ ਇੰਝ ਦੇ ਤਰੀਕਾ ਇਲਾਜ ਕਰਾਵੇ ਜਾ ਕੇ ਆਪਣੇ। ਉਹ ਜਾ ਕੇ ਸਾਰੇ ਉਹ ਕੰਮ ਕਰੇਗਾ ਜਿਹੜਾ ਕਿ ਉਹਨੂੰ ਡਾਕਟਰ ਉਹਦਾ ਦੱਸੇਗਾ, ਮੁਸਨਦ ਡਾਕਟਰ ਦੱਸੇਗਾ। ਲੇਕਿਨ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਜੀ ਤੁਸੀਂ ਆਹ ਕਰ ਲਓ, ਆਹ ਕਰ ਲਓ। ਔਰ ਇਹ ਆਮ ਆਦਮੀਆਂ 'ਚ ਵੀ ਸਾਡਿਆਂ 'ਚ ਬਿਮਾਰੀ ਹੈ ਕਿ ਉਹ ਦੱਸ ਉਹ ਜੀ ਡਾਕਟਰ ਤਾਂ ਐਵੇਂ ਚੀਰ ਪਾੜ ਦਿੰਦੇ ਨੇ, ਤੁਸੀਂ ਫਲਾਣੇ ਕਰ ਦਿਓ। ਉਹ ਮੈਨੂੰ ਕਿਡਨੀ ਦੀ ਪੇਨ ਹੋਈ ਅਤੇ ਮੈਨੂੰ ਮਹੀਨਾ ਐਵੇਂ ਉਹ ਫਲਾਣਾ ਜੀ ਉਹਨਾਂ ਦਾ ਬੜਾ ਨਾਂ ਹੈ ਜੀ, ਹੋਮਿਓਪੈਥਿਕ ਦੇ ਡਾਕਟਰ ਨੇ, ਅਤੇ ਉਹ ਤਾਂ ਪੱਥਰੀ ਜਿਹੜੀ ਹੈ ਗੁਰਦੇ ਦੀ, ਉਹਦੇ 'ਚ ਤਾਂ ਉਹਨਾਂ ਦੀ ਸਪੈਸ਼ਲਿਟੀ ਹੈ, ਉਹ ਖ਼ਤਮ ਕਰ ਦੇਣਗੇ, ਤੁਸੀਂ ਉਹਨਾਂ ਕੋਲ ਚਲੇ ਜਾਓ। ਮੈਨੂੰ ਉਹ ਜਦੋਂ ਬਿਲਕੁਲ ਮੈਂ ਤਕਲੀਫ ਨਾਕਾਬਲੇ ਬਰਦਾਸ਼ਤ ਹੱਦ ਤੱਕ ਨਹੀਂ ਵਧੀ, ਉਦੋਂ ਆ ਕੇ ਮੈਂ ਉਦੋਂ ਤੱਕ ਮੈਂ ਉਹ ਟਰਾਈ ਕਰਦਾ ਰਿਹਾ, ਲੇਕਿਨ ਰੱਤੀ ਉਹਦੇ ਨਾਲ ਫ਼ਰਕ ਨਹੀਂ ਪਿਆ ਔਰ ਫਾਈਨਲੀ ਮੈਨੂੰ ਉਹੀ ਆਪਰੇਟ ਹੀ ਕਰਵਾਉਣਾ ਪਿਆ। ਸੋ ਮੇਰੀ ਇਹ ਸਭ ਨੂੰ ਇਹ ਮਸ਼ਵਰਾ ਹੈ ਕਿ ਇੰਝ ਦੀ ਕਿਸੇ ਗੱਲ 'ਤੇ ਕੰਨ ਨਾ ਧਰਿਆ ਜਾਏ, ਨਾ ਉਲਮਾ ਇਕਰਾਮ ਦੀ, ਨਾ ਕਿਸੇ ਹਕੀਮ ਦੀ, ਔਰ ਨਾ ਹੀ ਕਿਸੇ ਹੋਮਿਓਪੈਥ ਡਾਕਟਰ ਦੀ। ਦੇਖੋ ਇਹ ਸਾਰੇ ਲੋਕ ਜਿਹੜੇ ਨੇ, ਨਾ ਹੋਮਿਓਪੈਥ ਕੋਲ ਆਪਣੀ ਕੋਈ ਤਜਰਬਾਗਾਹ ਹੈ, ਠੀਕ ਹੈ, ਨਾ ਉਹਨਾਂ ਕੋਲ ਸਰਜਰੀ ਮੌਜੂਦ ਹੈ। ਮੈਡੀਕਲ ਸਾਇੰਸ ਦੀ ਸਭ ਤੋਂ ਵੱਡੀ ਤਰੱਕੀ ਜਿਹੜੀ ਹੈ ਉਹ ਤਾਂ ਸਰਜਰੀ ਹੈ, ਅਤੇ ਇਹਨਾਂ ਸਾਰਿਆਂ 'ਚ ਨਾ ਹਿਕਮਤ 'ਚ ਉਹ ਮੌਜੂਦ ਹੈ। ਇਹ ਪਤਾ ਨਹੀਂ ਉਹ ਕਿਸ ਵਕਤ ਜਰਾ ਹੁੰਦੇ ਹੋਣੇ ਨੇ ਹਿਕਮਤ 'ਚ। ਅੱਜ ਜਿੰਨਾ ਅੱਗੇ ਐਲੋਪੈਥੀ ਜਾ ਚੁੱਕੀ ਹੈ ਉਹ ਕਰਪਟ ਵੀ ਨੇ। ਉਹ WHO 'ਤੇ ਤੁਸੀਂ ਹਰ ਤਰ੍ਹਾਂ ਦਾ ਡਰੱਗ ਮਾਫੀਆ ਦਾ ਵੀ ਇਲਜ਼ਾਮ ਲਾ ਸਕਦੇ ਹੋ ਔਰ ਇਸ ਸਕੈਂਡਲ 'ਚ ਸੱਚਾਈ ਵੀ ਹੋਏਗੀ, ਪੈਸੇ ਵੀ ਖਾਂਦੇ ਹੋਣਗੇ, ਲੇਕਿਨ ਮੁਸਤਨਦ ਇਲਾਜ ਸਾਇੰਟੀਫਿਕ ਐਵੀਡੈਂਸ ਦੇ ਨਾਲ ਅੱਜ ਵੀ ਐਲੋਪੈਥਿਕ ਹੀ ਹੈ। ਇਸ ਤੋਂ ਇਲਾਵਾ ਕੋਈ ਮੁਸਤਨਦ ਇਲਾਜ ਨਹੀਂ, ਸਭ ਗਵੇੜ ਨੇ, ਠੀਕ ਹੈ, ਤੀਰ ਤੁੱਕੇ ਨੇ, ਲੋਕ ਲਾਉਂਦੇ ਨੇ, ਕਿਸੇ ਦਾ ਇਲਾਜ ਹੋ ਜਾਂਦਾ ਹੈ, ਕੋਈ ਪਾਰ ਲੰਘ ਜਾਂਦਾ ਹੈ। ਲਿਹਾਜ਼ਾ ਜਿਹੜਾ ਮੁਸਤਨਦ ਇਲਾਜ ਹੈ ਉਹੀ ਕਰਾਓ ਔਰ ਉਹਦੇ 'ਤੇ ਹੀ ਜਾਓ, ਕਿਸੇ ਦੀ ਨਾ ਹੋਰ ਸੁਣੋ। ਰੱਬ ਰਾਖਾ ਦੁਆ ਕਰਨਾ ਵੱਡੇ ਭਾਈ ਸਾਹਿਬ ਵਾਸਤੇ, ਅੱਲਾਹ ਪਾਕ ਉਹਨਾਂ ਨੂੰ ਸ਼ਿਫਾ ਦੇ, ਸਿਹਤ ਬਖਸ਼ੇ, ਮੁਕੰਮਲ ਤੰਦਰੁਸਤੀ ਬਖਸ਼ੇ। ਮੈਂ 2-3 ਦਿਨ ਤੋਂ ਬਹੁਤ ਸਖਤ ਪਰੇਸ਼ਾਨ ਹਾਂ ਉਹਨਾਂ ਵਾਸਤੇ ਔਰ ਸੁਬਹ ਸ਼ਾਮ ਉਹਨਾਂ ਵਾਸਤੇ ਦੁਆ ਕਰ ਰਿਹਾ। ਤੁਸੀਂ ਵੀ ਵੀਰ ਦੁਆ ਕਰਨਾ ਕਿ ਮੇਰੇ ਵੱਡੇ ਭਾਈ ਸਾਹਿਬ ਨੂੰ ਰੱਬ ਪਾਕ ਜਿਹੜਾ ਹੈ ਉਹ ਮੁਕੰਮਲ ਸਿਹਤ ਤੰਦਰੁਸਤੀ ਬਖਸ਼ੇ। ਆਮੀਨ ਸੁਮਾ ਆਮੀਨ। ਰੱਬ ਰਾਖਾ ਜੀ।